ਹਰਪ੍ਰੀਤ ਸਿੰਘ ਜਵੰਦਾ ਦੀਆਂ ਕਹਾਣੀਆਂ। ਪਹਿਲੀ ਕਹਾਣੀ। 7 ਜੂਨ 84 ਦੀ ਸਵੇਰ ਨੂੰ ਆਲ ਇੰਡੀਆ ਰੇਡੀਓ ਤੋਂ ਖਬਰ ਦੇ ਦਿੱਤੀ ਗਈ, ਸੰਤ ਜੀ ਦੀ ਦੇਹ ਮਿਲ ਚੁੱਕੀ ਹੈ। ਇੰਡੀਅਨ ਐਕਸਪ੍ਰੈਸ 'ਚ ਕੰਮ ਕਰਦੇ ਰਿਪੋਰਟਰ ਸੰਜੇ ਸੂਰੀ ਨੂੰ ਉਸ ਦਿਨ ਮੋਗੇ ਤੋਂ ਰੋਡੇ ਪਿੰਡ ਲਈ ਟੈਕਸੀ ਨਾ ਮਿਲੀ। ਉਸ ਦੇ ਦੱਸਣ ਮੁਤਾਬਕ ਸਬੱਬੀ ਮਿਲ ਗਈ ਇੱਕ ਸਵਾਰੀ ਤੇ ਫਰੀਦਕੋਟ ਤੱਕ ਆਇਆ। ਅੱਗੋਂ ਟੈਂਪੂ ਫੜਿਆ। ਉਸਨੇ ਵੀ ਰੋਡੇ ਪਿੰਡ ਤੋਂ ਕਈ ਮੀਲ ਰਾਹੀਂ ਹੇਠਾਂ ਲਾ ਦਿੱਤਾ। ਅੱਗੋਂ ਪੈਦਲ ਹੀ ਤੁਰਨਾ ਸ਼ੁਰੂ ਕਰ ਦਿੱਤਾ। ਅੱਤ ਦੀ ਗਰਮੀ, ਕੱਚਾ ਰਾਹ। ਇੱਕ ਹੌਲੀ ਜਿਹੀ ਉਮਰ ਦਾ ਮੁੰਡਾ ਪਿੱਛੋਂ ਸਾਈਕਲ ਤੇ ਆਉਂਦਾ ਦਿਸਿਆ। ਉਹਨੂੰ ਸੰਤਾਂ ਦਾ ਪਿੰਡ ਪੁੱਛ ਲਿਆ। ਆਖਣ ਲੱਗਾ, ਮਗਰ ਬੈਠ ਜਾਓ, ਹੁਣੇ ਛੱਡ ਆਉਣਾ। ਮੈਂ ਵੀ ਉੱਧਰੋਂ ਹੀ ਲੰਘਣਾ ਹੈ। ਇਸ ਮਗਰੋਂ ਮੈਨੂੰ ਕੋਈ ਪਤਾ ਨਹੀਂ ਕਿ ਉਹ ਮੈਨੂੰ ਖੇਤਾਂ, ਪਗਡੰਡੀਆਂ, ਨਹਿਰਾਂ ਤੇ ਕੱਚੀਆਂ ਪਿਆਂ ਥਾਣੀ ਕਿੱਧਰ ਨੂੰ ਲਿਜਾ ਰਿਹਾ ਸੀ। ਉਹਦੇ ਵੱਜਦੇ ਹਰ ਪੈਡਲ ਨਾਲ ਉਹਦਾ ਕਿੰਨਾ ਸਾਰਾ ਮੁੜਕਾ ਚੋ ਕੇ ਭੋਏ ਤੇ ਜਾ ਡਿੱਗਦਾ। ਅਖੀਰ ਮੈਥੋਂ ਨਾ ਹੀ ਰਿਹਾ ਗਿਆ। ਆਖਿਆ, ਯਾਰ ਹੁਣ ਤੂੰ ਮਗਰ ਬੈਠ, ਮੈਂ ਚਲਾਉਣਾ। ਅੱਗੋਂ ਬੇਧਿਆਨੀ ਜੀ ਨਾਲ ਕਹਿੰਦਾ, ਕੋਈ ਗੱਲ ਨਹੀਂ, ਬਸ ਬੈਠੇ ਰਹੋ। ਕਾਫੀ ਚਿਰ ਮਗਰੋਂ ਪਿੰਡ ਦੇ ਇੱਕ ਕੱਚੇ ਜਿਹੇ ਘਰ ਅੱਗੇ ਜਾ ਬ੍ਰੇਕ ਮਾਰ ਦਿੱਤੀ। ਆਖਣ ਲੱਗਾ, ਇਹੀ ਹੈ ਸੰਤ ਜੀ ਦਾ ਘਰ। ਇੰਨੀ ਗੱਲ ਆਖ ਜਦੋਂ ਵਾਪਸ ਮੁੜਿਆ ਤਾਂ ਮੈਨੂੰ ਅਹਿਸਾਸ ਹੋਇਆ ਕਿ ਉਹਨੇ ਇੱਧਰੋਂ ਨਹੀਂ ਸੀ ਲੰਘਣਾ, ਸਗੋਂ ਮੈਨੂੰ ਚੇਚਾ ਇੱਥੇ ਛੱਡਣੀ ਆਇਆ ਸੀ। ਇੰਨੇ ਨੂੰ ਦੁਪਹਿਰ ਢਲਣ ਤੇ ਆ ਗਈ ਸੀ। ਅੱਗੇ ਕੱਚੇ ਜਿਹੇ ਵਿਹੜੇ 'ਚ ਕਿੰਨੇ ਸਾਰੇ ਲੋਕ ਖਲੋਤੇ ਸਨ। ਸਾਰੇ ਚੁੱਪਚਾਪ, ਕਿਸੇ ਨੇ ਮੇਰੇ ਨਾਲ ਕੋਈ ਗੱਲ ਨਾ ਕੀਤੀ, ਬਸ ਵੇਖਦੇ ਰਹੇ। ਫਿਰ ਮੈਂ ਝਕਦੇ ਨੇ ਪੁੱਛਿਆ, ਜੀ ਸੰਤ ਜੀ ਦੇ ਪਰਿਵਾਰ ਨੂੰ ਮਿਲਣਾ ਹੈ। ਇੱਕ ਵਾਰ ਫੇਰ ਚਾਰੇ ਪਾਸੇ ਚੁੱਪ ਪਸਰ ਗਈ। ਮੈਂ ਕਲੀਨ ਸ਼ੇਵਡ ਕੱਲਾ ਹਿੰਦੂ ਇੰਨੇ ਸਾਰੇ ਸਿੱਖਾਂ 'ਚ ਘਿਰਿਆ, ਉਹ ਵੀ ਉਦੋਂ ਜਦੋਂ ਸੰਕੇਤਕ ਤੌਰ ਤੇ ਮੇਰੀ ਕੌਮ ਦੇ ਬੰਦਿਆਂ ਨੇ ਇਸ ਘਰ ਨਾਲ ਸੰਬੰਧਿਤ ਇੱਕ ਪ੍ਰਸਿੱਧ ਇਨਸਾਨ ਨੂੰ ਦਰਬਾਰ ਸਾਹਿਬ ਕੰਪਲੈਕਸ ਵਿੱਚ ਮਾਰ ਮੁਕਾਇਆ ਸੀ। ਚਾਹੁੰਦੇ ਤਾਂ ਉਹ ਕੁਝ ਵੀ ਕਰ ਸਕਦੇ ਸਨ। ਉਸ ਵੇਲੇ ਹਾਲਾਤਾਂ ਦੇ ਰਹਿਮੋ ਕਰਮ ਤੇ ਇਕੱਲੇ ਰਹਿ ਗਏ ਨੂੰ ਉੱਚੇ ਅਸਮਾਨ 'ਚ ਬਹੁਤ ਦੂਰ ਉੱਡਦੇ ਫੌਜ ਦੇ ਇੱਕ ਹੈਲੀਕਾਪਟਰ ਦੇ ਖੜਾਕ ਤੋਂ ਸਿਵਾਏ ਹੋਰ ਕੁਝ ਵੀ ਨਹੀਂ ਸੀ ਸੁਣ ਰਿਹਾ। ਅਜੇ ਸਾਰੇ ਕੁਝ ਬਾਰੇ ਸੋਚ ਹੀ ਰਿਹਾ ਸਾਂ ਕਿ ਇੱਕ ਮੁੰਡਾ ਆਇਆ, ਇਸ਼ਾਰੇ ਨਾਲ ਮੈਨੂੰ ਅੰਦਰ ਲੈ ਗਿਆ, ਮੰਜੀ ਤੇ ਬਿਠਾ ਦਿੱਤਾ। ਫਿਰ ਪੁੱਛਣ ਲੱਗਾ, ਸਵੇਰ ਦਾ ਕੁਝ ਖਾਧਾ ਨਹੀਂ ਹੋਣਾ, ਇੱਥੇ ਬੈਠੋ, ਰੋਟੀ ਲੈ ਕੇ ਆਉਂਦਾ, ਉਹ ਛਕ ਲਓ। ਕੁਛ ਦੇਰ ਮਗਰੋਂ ਉਹੀ ਮੁੰਡਾ ਰੋਟੀ ਦੀ ਇੱਕ ਥਾਲੀ ਤੇ ਪਾਣੀ ਦਾ ਗਿਲਾਸ ਲੈ ਅੰਦਰ ਵੜਿਆ ਤੇ ਕੋਲ ਰੱਖ ਦਿੱਤੀ। ਦੁਬਾਰਾ ਆਖਿਆ, ਦੂਰੋਂ ਆਏ ਲੱਗਦੇ ਹੋ, ਪਹਿਲਾਂ ਕੁਝ ਖਾ ਲਓ। ਅਜੀਬ ਜਿਹੀ ਮਾਨਸਿਕਤਾ ਸੀ, ਵੱਖਰਾ ਜਿਹਾ ਮਾਹੌਲ ਸੀ। ਉਹ ਇੰਨੇ ਸਾਰੇ ਚਾਹੁੰਦੇ ਤਾਂ ਮੈਨੂੰ ਹਿੰਦੂ ਹੋਣ ਦੇ ਨਾਤੇ ਆਸਾਨੀ ਨਾਲ ਮਾਰ ਵੀ ਸਕਦੇ ਸਨ, ਪਰ ਮੈਨੂੰ ਕੋਈ ਡਰ ਨਹੀਂ ਲੱਗਾ। ਨਾ ਹੀ ਰੱਜ ਕੇ ਰੋਟੀ ਖਾਣ 'ਚ ਕੋਈ ਝਿਜਕ ਹੀ ਮਹਿਸੂਸ ਹੋਈ। ਫਿਰ ਮੈਂ ਢੇਰ ਸਾਰੇ ਸਵਾਲ ਪੁੱਛੇ, ਉਹਨਾਂ ਵੀ ਅੱਗੋਂ ਠਰਮੇ ਨਾਲ ਸਾਰੇ ਜਵਾਬ ਦਿੱਤੇ। ਇਸ ਘਟਨਾ ਦੇ ਠੀਕ 4.5 ਮਹੀਨਿਆਂ ਮਗਰੋਂ 31 ਅਕਤੂਬਰ 84 ਨੂੰ ਦਿੱਲੀ ਵਿੱਚ ਇੰਦਰਾ ਗਾਂਧੀ ਆਪਣੇ 2 ਅੰਗ ਰੱਖਿਅਕਾਂ ਦੁਆਰਾ ਮਾਰ ਦਿੱਤੀ ਗਈ। 1 ਨਵੰਬਰ ਦੀ ਸਵੇਰ 9:30 ਵਜੇ ਘਰੋਂ ਬਾਹਰ ਨਿਕਲਿਆ। ਕੀ ਵੇਖਿਆ? ਚਾਰੇ ਪਾਸੇ ਅੱਗਾਂ ਲੱਗੀਆਂ ਪਈਆਂ ਨੇ। ਪਗੜੀ ਵਾਲਿਆਂ ਨੂੰ ਚੁਣ ਕੇ ਬੱਸਾਂ, ਗੱਡੀਆਂ, ਸਕੂਟਰਾਂ ਤੋਂ ਲਾ ਕੇ ਬੁਰੀ ਤਰ੍ਹਾਂ ਕੁੱਟਿਆ ਮਾਰਿਆ ਜਾ ਰਿਹਾ ਸੀ। ਫਿਰ ਅਗਲੇ 2 ਦਿਨ ਜਮਨਾ ਪਾਰ ਦੇ ਤ੍ਰਿਲੋਕਪੁਰੀ ਇਲਾਕੇ ਤੇ ਹੋਰ ਕਿੰਨੇ ਇਲਾਕਿਆਂ 'ਚ ਸ਼ਾਇਦ ਹੀ ਕੋਈ ਐਸਾ ਘਰ ਬਚਿਆ ਹੋਵੇ ਜਿੱਥੇ ਇੱਕ ਵੀ ਇਨਸਾਨ ਸਿੱਖ ਹੋਣ ਦੀ ਸਜ਼ਾ ਭੁਗਤਣ ਤੋਂ ਵਾਂਝਾ ਰਹਿ ਗਿਆ ਹੋਵੇ। ਹਰੇਕ ਤੇ ਪਹਿਲਾਂ ਪਾਊਡਰ ਸਿੱਟਿਆ ਜਾਂਦਾ, ਫਿਰ ਉਹਨੂੰ ਜਿਉਂਦੇ ਨੂੰ ਅੱਗ ਲਾ ਦਿੱਤੀ ਜਾਂਦੀ। ਸਿੱਖਾਂ ਦੇ ਕਾਰੋਬਾਰ ਗਿਣੇ ਮਿੱਥੇ ਤਰੀਕੇ ਨਾਲ ਤਬਾਹ ਕੀਤੇ ਜਾ ਰਹੇ ਸਨ। ਇੰਨੀ ਕਤਲੋਗਾਰਦ ਵੇਖ ਮੈਨੂੰ ਕੁਝ ਮਹੀਨੇ ਪਹਿਲਾਂ ਰੋਡੇ ਪਿੰਡ 'ਚ ਵਾਪਰੀ ਉਹੀ ਘਟਨਾ ਚੇਤੇ ਆ ਗਈ। ਸੱਚ ਪੁੱਛੋ, ਹਰ ਪਾਸੇ ਡਰਾਉਣਾ ਤੇ ਬੇਖੌਫ ਹਾਸਾ ਹੱਸਦੀਆਂ ਕਿੰਨੀਆਂ ਸਾਰੀਆਂ ਬੇਲਗਾਮ ਜਨੂਨੀ ਭੀੜਾਂ ਵੇਖ ਪੰਜਾਬ, ਪੰਜਾਬੀਅਤ ਤੇ ਪੰਜਾਬੀਆਂ ਤੇ ਬੜਾ ਹੀ ਜ਼ਿਆਦਾ ਮਾਣ ਮਹਿਸੂਸ ਹੋਇਆ ਤੇ ਦਿਲ ਵਾਲਿਆਂ ਦੀ ਆਖੀ ਜਾਂਦੀ ਦਿੱਲੀ ਤੇ ਬੜੀ ਜ਼ਿਆਦਾ ਸ਼ਰਮ ਆਈ।
ਧੰਨਵਾਦ। ਅਗਲੀ ਕਹਾਣੀ। ਜੂਨ ਦਾ ਮਹੀਨਾ। ਕੰਮ ਤੇ ਮੇਨ AC ਯੂਨਿਟ 'ਚ ਵੱਡਾ ਨੁਕਸ ਪੈ ਗਿਆ। ਬਤੌਰ ਟੈਕਨੀਸ਼ੀਅਨ ਜਦੋਂ ਵੀ ਠੀਕ ਕਰਦਾ ਨਾਲ ਹੀ ਟ੍ਰਿਪ ਕਰ ਜਾਂਦਾ। ਕੱਪੜੇ ਪਸੀਨੇ 'ਚ ਗੜੁੱਚ। ਉਸ ਦਿਨ ਦੁਪਹਿਰ ਦੀ ਰੋਟੀ ਵੀ ਨਾ ਖਾਧੀ ਗਈ। ਪਰ ਭੁੱਖ ਨਾਲੋਂ ਵੀ ਵੱਡਾ ਇੱਕ ਹੋਰ ਫਿਕਰ ਵੱਡ-ਵੱਡ ਖਾਈ ਜਾ ਰਿਹਾ ਸੀ। ਵਿਆਹ ਦੀ ਵਰ੍ਹੇਗੰਢ ਤੇ ਨਾਲ ਦੀ ਨਾਲ ਬਾਹਰ ਡਿਨਰ ਕਰਨ ਦਾ ਕੀਤਾ ਹੋਇਆ ਕਰਾਰ। 8 ਕੁ ਵਜੇ ਕੰਮ ਮੁਕਾ ਕੇ ਸਿੱਧਾ ਸਟੇਸ਼ਨ ਵੱਲ ਭੱਜਿਆ। ਮਸਾਂ ਗੱਡੀ ਫੜੀ। ਕੋਲ ਖਲੋਤੀਆਂ ਸਵਾਰੀਆਂ ਮੇਰੇ ਕੋਲੋਂ ਆਉਂਦੀ ਮੁੜਕੇ ਦੀ ਬਦਬੂ ਕਾਰਨ ਦੂਰ ਹੋ ਗਈਆਂ। ਅਗਲੇ ਸਟੇਸ਼ਨ ਤੇ ਸੀਟ ਮਿਲੀ ਤਾਂ ਕੋਟ ਪੈਂਟ ਪਾਈ ਬਾਊ ਟਾਈਪ ਬੰਦੇ ਨੇ ਮੂੰਹ ਤੇ ਰੁਮਾਲ ਰੱਖ ਲਿਆ। ਮਨ ਹੀ ਮਨ ਖਿਆਲ ਆਇਆ ਕਿ ਭੋਲਿਆ ਤੂੰ ਕੀ ਜਾਣੇ ਇਸ ਮੁੜਗੇ ਦੀ ਕੀਮਤ। ਰੋਟੀ ਪਾਣੀ, ਛੱਤ, ਕੱਪੜੇ, ਘਰ, ਸੁੱਖ, ਚੈਨ, ਨੀਂਦ, ਆਰਾਮ, ਸਾਰਾ ਕੁਝ ਤੇ ਬਸ ਇਸੇ ਦੀ ਬਦੌਲਤ ਏ। ਮੇਰਾ ਸਟੇਸ਼ਨ ਆਉਂਦਿਆਂ 9:30 ਵੱਜ ਗਏ। ਗਿਫਟ ਲੈਣ ਦੁਕਾਨ ਤੇ ਅਪੜਿਆ ਤਾਂ ਅੱਗੋਂ ਪੂਰਾ ਰਸ਼। ਕਾਊਂਟਰ ਤੇ ਬੇਨਤੀ ਕੀਤੀ ਤਾਂ ਉਹਨੇ ਸਿਰ ਤੋਂ ਪੈਰਾਂ ਤੱਕ ਗੌਰ ਨਾਲ ਤੱਕਿਆ। ਉਹ ਵੀ ਸ਼ਾਇਦ ਮੇਰੇ ਜਿਸਮ ਦੇ ਮੁੜਕੇ ਦੀ ਹਵਾੜ ਮਹਿਸੂਸ ਕਰ ਚੁੱਕਾ ਸੀ। ਆਖਣ ਲੱਗਾ, ਭਾਊ ਜੇ ਜ਼ਿਆਦਾ ਕਾਹਲੀ ਏ ਤਾਂ ਸਵੇਰੇ ਆਵੀਂ, ਹੁਣ ਦੁਕਾਨ ਬੰਦ ਕਰਨ ਦਾ ਟਾਈਮ ਹੋ ਗਿਆ। ਬਿਨਾਂ ਕੁਝ ਲਿਆਈ ਘਰ ਆ ਪਹੁੰਚਿਆ। ਅੰਦਰੋਂ ਅੰਦਰੀ ਝੂਰੀ ਜਾਵਾਂ। ਇਕੱਠੇ ਡਿਨਰ ਵੀ ਨਹੀਂ ਕੀਤਾ ਜਾਣਾ ਤੇ ਉੱਤੋਂ ਪਹੁੰਚਣਾ ਵੀ ਖਾਲੀ ਹੱਥ। ਅਖੀਰ ਭੁੱਖ ਤੇ ਥਕਾਵਟ ਨਾਲ ਬੁਰੀ ਤਰ੍ਹਾਂ ਭੰਨੇ ਹੋਏ ਨੇ ਬੂਹਾ ਖੜਕਾ ਦਿੱਤਾ। ਅੰਦਰੋਂ ਠੰਡੀ ਹਵਾ ਦੇ ਬੁੱਲੇ ਵਾਂਗ ਨਿਕਲੀ। ਬਾਰ ਖੋਲ੍ਹਦਿਆਂ ਹੀ ਕਲਾਵੇ 'ਚ ਇੰਝ ਬੰਦ ਹੋ ਗਈ ਜਿੱਦਾਂ ਫੁੱਲ ਦੀਆਂ ਪੱਤੀਆਂ ਵਿੱਚ ਰਸ ਚੂਸਦੀ ਸ਼ਹਿਦ ਦੀ ਮੱਖੀ। ਸਵੇਰ ਤੋਂ ਲੱਗੀ ਭੁੱਖ ਪਿਆਸ, ਡਰ ਤੇ ਕਿੰਨੇ ਸਾਰੇ ਵਲਵਲੇ ਹਵਾ ਬਣ ਪਤਾ ਹੀ ਨਹੀਂ ਲੱਗਾ ਕਿੱਧਰ ਨੂੰ ਉੱਡ ਗਏ। ਫਿਰ ਜਦੋਂ ਮੁੜਕੇ ਦੀ ਬਦਬੂ ਦਾ ਹਵਾਲਾ ਦੇ ਕੇ ਥੋੜਾ ਪਰੇ ਕਰਨ ਦੀ ਅਸਫਲ ਜੀ ਕੋਸ਼ਿਸ਼ ਕੀਤੀ ਤਾਂ ਕੋਲ ਰੱਖੇ ਲਿਫਾਫੇ ਵਿੱਚੋਂ ਫਿੱਕੇ ਗੁਲਾਬੀ ਰੰਗ ਦਾ ਖੱਦਰ ਦਾ ਨਵਾਂ ਨਕੋਰ ਕੁੜਤਾ ਪਜਾਮਾ ਫੜਾਉਂਦੀ ਆਖਣ ਲੱਗੀ, ਆਹ ਲਓ ਮੁੜਕੇ ਦਾ ਇਲਾਜ, ਨਹਾ ਧੋ ਕੇ ਪਾ ਲਓ, ਮੈਂ ਟੇਬਲ ਤੇ ਰੋਟੀ ਲਾਉਣੀ ਆ। ਝਿਜਕਦੇ ਹੋਏ ਨੇ ਜਦੋਂ ਡਿਨਰ ਬਾਰੇ ਕੀਤੇ ਕਾਲ ਕਰਾਰ ਦੀ ਗੱਲ ਕੀਤੀ ਤਾਂ ਆਖਣ ਲੱਗੀ, ਜੇ ਬਾਹਰ ਹੀ ਜਾਣਾ ਸੀ ਤੇ ਫਿਰ ਇੰਨੀ ਮਿਹਨਤ ਨਾਲ ਬਣਾਏ ਰਾਜਮਾਂਹ ਚੌਲ, ਰੁਮਾਲੀ ਰੋਟੀ ਤੇ ਤੁਹਾਡੀ ਮਨਪਸੰਦ ਬਦਾਮਾਂ ਵਾਲੀ ਠੰਡੀ ਮਿੱਠੀ ਖੀਰ ਦਾ ਕੀ ਕਰਾਂਗੀ। ਰੱਬ ਦਾ ਸ਼ੁਕਰਗੁਜ਼ਾਰ ਹੁੰਦਾ ਸੋਚੀ ਜਾ ਰਿਹਾ ਕਿ ਪਦਾਰਥਵਾਦ ਦੇ ਇਸ ਗਹਿ ਗੱਚ ਵਿੱਚ ਕਮਲਾ ਹੋਇਆ ਇਨਸਾਨ ਬੇਸ਼ੱਕ ਲੱਖ ਬਲਖ ਬੁਖਾਰੇ ਗਾਹ ਆਵੇ ਪਰ ਵਜੂਦ ਵਿੱਚੋਂ ਨਿਕਲੇ ਮੁੜਕੇ ਦੀ ਅਸਲੀ ਕੀਮਤ ਉਸ ਛੱਜੂ ਦੇ ਚੁਬਾਰੇ ਆ ਕੇ ਪੈਂਦੀ ਹੈ, ਜਿਹਦੀਆਂ ਬਰੂਹਾਂ ਤੇ ਖਲੋਤੀ ਹੋਈ ਕਿਸੇ ਕਰਮਾਂ ਵਾਲੀ ਰੂਹ ਨੂੰ ਹਮੇਸ਼ਾ ਹੀ ਤੁਹਾਡੀ ਉਡੀਕ ਰਹਿੰਦੀ ਹੈ। ਸੋ ਦੋਸਤੋ, ਅਮੀਰ ਉਹ ਨਹੀਂ ਜਿਹਦੇ ਵਿਹੜੇ ਮਹਿੰਗੀਆਂ ਮੋਟਰ ਗੱਡੀਆਂ ਤੇ ਬੈਂਕ ਅਕਾਊਂਟ ਨੋਟਾਂ ਡਾਲਰਾਂ ਨਾਲ ਭਰੇ ਹੋਏ ਹੋਣ। ਅਸਲ 'ਚ ਰੱਜਿਆ ਉਹ ਹੈ ਜਿਹਦੀ ਹਮਸਫਰ ਤੇ ਧੀਆਂ ਪੁੱਤਾਂ ਨੂੰ ਉਹਦੀਆਂ ਮਜਬੂਰੀਆਂ ਸਮਝ ਆ ਜਾਣ। ਧੰਨਵਾਦ। ਅਗਲੀ ਕਹਾਣੀ। ਐਤਵਾਰ ਸੀ, ਸ਼ਾਇਦ ਇਸੇ ਕਰਕੇ ਡੱਬੇ 'ਚ ਭੀੜ ਥੋੜੀ ਘੱਟ ਸੀ। ਮੈਂ ਛੇਤੀ ਨਾਲ ਅੰਦਰ ਵੜ ਨੁੱਕਰ ਵਾਲੀ ਸੀਟ ਮੱਲ ਲਈ ਤੇ ਦੂਜੇ ਪਾਸੇ ਬੈਗ ਟਿਕਾ ਦਿੱਤਾ। ਚੱਲ ਪਈ ਗੱਡੀ 'ਚ ਆ ਚੜਿਆ ਇੱਕ ਚਿਹਰਾ ਮੈਨੂੰ ਕੁਝ ਜਾਣਿਆ ਪਛਾਣਿਆ ਜਿਹਾ ਲੱਗਾ। ਗੌਰ ਨਾਲ ਤੱਕਿਆ, ਇਹ ਤਾਂ ਉਹੀ ਸੀ ਕਿੰਨੇ ਵਰੇ ਪਹਿਲਾਂ ਰੋਜ਼ਾਨਾ ਬਟਾਲਿਓਂ ਅੰਮ੍ਰਿਤਸਰ ਗੱਡੀ 'ਚ ਆਉਂਦਾ ਪੋਚਵੀਂ ਜੀ ਪੱਗ ਵਾਲਾ ਬਹੁਤ ਘੱਟ ਬੋਲਦਾ ਨਿਸ਼ਾਨ ਸਿੰਘ। ਮੈਂ ਤੋਂ ਅੱਗੇ ਨਿਕਲ ਬਾਰੀ ਵਾਲੇ ਪਾਸੇ ਬੈਠ ਲਗਾਤਾਰ ਬਾਹਰ ਵੱਲ ਨੂੰ ਵੇਖਦੇ ਹੋਏ ਨੇ ਇੱਕ ਵਾਰ ਵੀ ਨਜ਼ਰ ਚੁੱਕ ਮੇਰੇ ਵੱਲ ਨਾ ਵੇਖਿਆ। ਪਰ ਮੈਂ ਸਾਹਮਣੇ ਬੈਠੇ ਬਜ਼ੁਰਗ ਜੋੜੇ ਤੋਂ ਨਜ਼ਰ ਬਚਾ ਕੇ ਬਿੰਦਕ ਲਈ ਉਸ ਵੱਲ ਤੱਕ ਜ਼ਰੂਰ ਲਿਆ ਕਰਦੀ। ਇੰਨੇ ਸਾਲਾਂ 'ਚ ਕੋਈ ਖਾਸ ਫਰਕ ਨਹੀਂ ਸੀ ਪਿਆ। ਓਨਾ ਕੋਈ ਭਾਰ, ਉਹੀ ਦਿੱਖ ਤੇ ਪੱਗ ਦਾ ਸਟਾਈਲ ਵੀ ਬਿਲਕੁਲ ਉਹੀ, ਸਿਵਾਈ ਪਹਿਲੇ ਤੇ ਆਖਰੀ ਲੜ ਅੰਦਰੋਂ ਝਾਤੀ ਮਾਰਦੇ ਚੰਦਕੂ ਚਿੱਟੇ ਵਾਲ। ਸੁਰਤ 10 ਸਾਲ ਪਿੱਛੇ ਪਰਤ ਗਈ। ਕੱਥੂ ਨੰਗਲ ਤੋਂ ਜਾਣਬੁੱਝ ਕੇ ਮੇਰੇ ਵਾਲੇ ਡੱਬੇ 'ਚ ਚੜ ਜਾਂਦਾ ਮੁਸ਼ਟੰਡਿਆਂ ਦਾ ਉਹ ਵੱਡਾ ਗਰੁੱਪ ਘਰੇ ਦੱਸਿਆ ਤਾਂ ਮਾਂ ਆਖਣ ਲੱਗੀ, ਬੱਸੇ ਚਲੀ ਜਾਇਆ ਕਰ। ਪਰ ਕਿਰਾਇਆ ਤੇ ਘਰੋਂ ਕਾਫੀ ਦੂਰ ਪੈਂਦਾ ਅੱਡਾ ਮੈਂ ਗੱਡੀ ਤੇ ਜਾਣਾ ਜਾਰੀ ਰੱਖਿਆ। ਅਕਸਰ ਹੀ ਕੱਥੂ ਨੰਗਲ ਤੱਕ ਆਉਂਦਿਆਂ ਮੇਰਾ ਦਿਲ ਫੜਕ ਫੜਕ ਵੱਜਣਾ ਸ਼ੁਰੂ ਹੋ ਜਾਂਦਾ। ਸਾਰੇ ਡੱਬੇ 'ਚੋਂ ਕਿਸੇ ਦੀ ਹਿੰਮਤ ਨਾ ਪੈਂਦੀ ਕਿ ਉਹਨਾਂ ਨੂੰ ਵਰਜ ਸਕੇ। ਅਖੀਰ ਇੱਕ ਦਿਨ ਕਰਾਮਾਤ ਹੋਈ। ਇੱਕ ਉੱਚੇ ਲੰਮੇ ਮੁੰਡੇ ਨੇ ਸਾਰਿਆਂ ਨਾਲ ਪੰਗਾ ਲੈ ਲਿਆ।
ਇੱਕ ਨੂੰ ਸਿਰਫ 2 ਕੁ ਘੁਸੋਨੀ ਵੱਜੇ, ਬਾਕੀ ਇਦਾਂ ਗਵਾਚੇ ਜਿੱਦਾਂ ਖੋਤੇ ਦੇ ਸਿਰ ਤੋਂ ਸਿੰਘ। ਉਸ ਦਿਨ ਮਗਰੋਂ ਕਿਸੇ ਦੀ ਵੀ ਮੇਰੇ ਡੱਬੇ 'ਚ ਚੜ੍ਹ ਮੈਨੂੰ ਛੇੜਨ ਦੀ ਹਿੰਮਤ ਨਾ ਪਈ। ਮੇਰੀ ਹਰ ਮੁਸ਼ਕਿਲ ਅੱਗੇ ਨਿਸ਼ਾਨ ਸਿੰਘ ਕੰਧ ਬਣ ਖਲੋ ਜਾਇਆ ਕਰਦਾ। ਹਾਲਾਂਕਿ ਕਦੀ ਵੀ ਗੱਲਬਾਤ ਨਹੀਂ ਸੀ ਹੋਈ, ਪਰ ਫਿਰ ਵੀ ਗੱਡੀ 'ਚ ਕਿੰਨੀਆਂ ਤਰ੍ਹਾਂ ਦੀਆਂ ਦੰਦ ਕਥਾਵਾਂ ਜ਼ਰੂਰ ਪ੍ਰਚਲਿਤ ਹੋ ਗਈਆਂ। ਫਿਰ ਇੱਕ ਦਿਨ ਆਥਣ ਵੇਲੇ ਵਾਪਸੀ ਤੇ ਸਟੇਸ਼ਨ ਵੱਲ ਨੂੰ ਆ ਰਹੀ ਸਾਂ ਕਿ ਚੋਰ ਬਾਜ਼ਾਰ ਕੋਲ ਅੱਗੇ ਖਲੋਤੇ ਨਿਸ਼ਾਨ ਸਿੰਘ ਨੇ ਖਲਿਆਰ ਲਿਆ ਇੱਕ ਚਿੱਠੀ ਫੜਾ ਦਿੱਤੀ। ਉਹਦੀ ਇਹ ਹਰਕਤ ਅਜੀਬ ਜਿਹੀ ਜ਼ਰੂਰ ਲੱਗੀ, ਪਰ ਬੁਰੀ ਬਿਲਕੁਲ ਵੀ ਨਹੀਂ। ਗੱਡੀ ਚੜ੍ਹ ਹੌਲੀ ਜਿਹੀ ਕੱਢ ਪੜ੍ਹਨੀ ਸ਼ੁਰੂ ਕਰ ਦਿੱਤੀ। ਅੰਦਰ ਕਿੰਨਾ ਕੁਝ ਲਿਖਿਆ ਸੀ। ਅਖੀਰ 'ਚ ਨਿੱਕੀ ਜਿਹੀ ਲਾਈਨ ਵਿੱਚ ਕਿੰਨੀ ਵੱਡੀ ਗੱਲ ਲਿਖ ਮਾਰੀ ਸੀ ਉਹਨੇ, ਤੁਹਾਡੇ ਨਾਲ ਵਿਆਹ ਕਰਵਾਉਣਾ ਚਾਹੁੰਦਾ। ਪੜ੍ਹ ਕੇ ਮੁੱਠੀ ਮੀਚ ਲਈ। ਕਮਲਿਆ, ਇੰਨੀ ਦੇਰ ਕਰਤੀ। ਕੱਲ ਕੋਰਸ ਦਾ ਆਖਰੀ ਦਿਨ ਤੇ ਅਗਲੇ ਮਹੀਨੇ ਵਿਆਹ। ਫਿਰ ਵੀ ਅਗਲੇ ਦਿਨ ਗੱਡੀ 'ਚ ਬੈਠੀ ਦੀਆਂ ਨਜ਼ਰਾਂ ਉਹਨੂੰ ਲੱਭਦੀਆਂ ਰਹੀਆਂ, ਪਰ ਉਹ ਕਿਧਰੇ ਵੀ ਨਾ ਦਿਸਿਆ। ਇੰਨੇ ਨੂੰ ਟੀਟੀ ਨੇ ਆ ਕੇ ਜਦੋਂ ਮੈਨੂੰ ਟਿਕਟ ਵਿਖਾਉਣ ਲਈ ਆਖਿਆ ਤਾਂ ਸੁਰਤ ਇੱਕ ਵਾਰ ਫਿਰ ਵਰਤਮਾਨ ਵੱਲ ਪਰਤ ਆਈ। ਫਿਰ ਉਹਦੀ ਵਾਰੀ ਆਈ ਤਾਂ ਆਖਣ ਲੱਗਾ, ਜੀ ਮੇਰੀ ਵੀ ਅੰਮ੍ਰਿਤਸਰ ਦੀ ਬਣਾ ਦਿਓ, ਕਾਲੀ ਕਾਲੀ ਮੈਥੋਂ ਲਈ ਨਹੀਂ ਗਈ। ਇੰਨੀ ਗੱਲ ਸੁਣ ਝੱਟ ਸਮਝ ਗਈ ਕਿ ਅੱਜ ਵੀ ਉਹ ਮੈਨੂੰ ਦਿਨ ਢਲੇ ਅਚਾਨਕ ਕੱਲੀ ਨੂੰ ਵੇਖ ਮੇਰੀ ਰਾਖੀ ਲਈ ਹੀ ਮੇਰੇ ਵਾਲੇ ਡੱਬੇ 'ਚ ਆ ਚੜਿਆ ਹੋਏਗਾ। ਫਿਰ ਅੰਮ੍ਰਿਤਸਰ ਤੱਕ ਉਡੀਕ ਕਰਦੀ ਰਹੀ ਕਿ ਇੱਕ ਵਾਰ ਨਜ਼ਰਾਂ ਮਿਲਾਵੇ, ਥੋੜ੍ਹੀ ਬਹੁਤ ਗੱਲ ਕਰ ਸਕਾਂ, ਆਪਣੀ ਜ਼ਿੰਦਗੀ 'ਚ ਆਏ ਕਿੰਨੇ ਸਾਰੇ ਜਵਾਰ ਭਾਟਿਆਂ ਬਾਰੇ ਦੱਸ ਸਕਾਂ। ਪਰ ਜਿਉਣ ਜੋਗਾ ਪਲੇਟਫਾਰਮ ਦੀ ਭੀੜ 'ਚ ਕਿਧਰੇ ਐਸਾ ਗਵਾਚਾ ਕਿ ਮੁੜ ਫਿਰ ਕਦੀ ਵੀ ਨਾ ਦਿਸਿਆ। ਫਿਰ 2 ਵਰ੍ਹਿਆਂ ਬਾਅਦ ਅਖਬਾਰ ਦੇ ਇੱਕ ਪੰਨੇ ਤੇ ਕਾਰਗਿਲ ਜੰਗ ਵਿੱਚ ਤੁਰ ਗਏ ਫੌਜੀਆਂ ਦੀਆਂ ਛਪੀਆਂ ਫੋਟੋਆਂ ਵੇਖਦੀ ਹੋਈ ਦੀ ਨਜ਼ਰ ਇੱਕ ਫੋਟੋ ਤੇ ਆ ਕੇ ਗੱਡੀ ਜੀ ਗਈ। ਨਾਲ ਹੀ ਕਾਲਜੇ ਦਾ ਰੁੱਗ ਵੀ ਭਰਿਆ ਗਿਆ। ਉਹੀ ਨਿਸ਼ਾਨ ਸਿੰਘ ਸੀ, ਉੱਚਾ ਲੰਮਾ ਅਡੋਲ ਤੇ ਬੇਖੌਫ ਜਿਹਾ। ਪਰ ਮੈਨੂੰ ਬਦਕਿਸਮਤ ਨੂੰ ਇੰਨਾ ਵੀ ਨਹੀਂ ਸੀ ਪਤਾ ਕਿ ਉਹਨੇ ਵਿਆਹ ਕਰਵਾਇਆ ਵੀ ਸੀ ਕਿ ਨਹੀਂ। ਖੈਰ, ਅੱਜ ਇੰਨੇ ਵਰ੍ਹਿਆਂ ਬਾਅਦ ਵੀ ਜਦੋਂ ਕਦੇ ਕੱਲੀ ਕਾਰੀ ਤੇ ਕੋਈ ਭੀੜ ਬਣਦੀ ਨਜ਼ਰ ਆਏ ਤਾਂ ਪਤਾ ਨਹੀਂ ਕਿਉਂ ਇੰਝ ਲੱਗਦਾ ਹੈ ਜਿੱਦਾਂ ਨਿਸ਼ਾਨ ਸਿੰਘ ਕੋਲੇ ਕਿਧਰੇ ਖਲੋਤਾ ਰਾਖੀ ਕਰ ਰਿਹਾ ਹੋਵੇ। ਸੋ ਦੋਸਤੋ, ਹਰੇਕ ਦੀ ਜ਼ਿੰਦਗੀ 'ਚ ਕੋਈ ਨਾ ਕੋਈ ਨਿਸ਼ਾਨ ਸਿੰਘ ਐਸਾ ਜ਼ਰੂਰ ਹੁੰਦਾ ਹੈ ਜਿਹੜਾ ਆਪਣਾ ਵਜੂਦ ਭਾਵੇਂ ਗਵਾ ਦੇਵੇ, ਪਰ ਭੀੜ ਬਣੀ ਤੇ ਵੇਲੇ ਸਿਰ ਅੱਪੜ ਆਪਣੇ ਮਿੱਤਰ ਪਿਆਰਿਆਂ ਦੀ ਰਾਖੀ ਕਰਨ ਦਾ ਮੌਕਾ ਕਦੀ ਵੀ ਨਹੀਂ ਗਵਾਉਂਦਾ। ਧੰਨਵਾਦ। ਅਗਲੀ ਕਹਾਣੀ ਹਰਿਆਣੇ ਦੇ ਮੋਹਿੰਦਰਗੜ੍ਹ ਜ਼ਿਲ੍ਹੇ ਦੀ ਨਰਨੌਲ ਤਹਿਸੀਲ ਦਾ ਨਿੱਕਾ ਜਿਹਾ ਪਿੰਡ ਉਣਹਾਣੀ। ਅਖੀਰ ਕਬੀਲੇ ਦਾ ਗਰੀਬ ਹਿੰਦੂ ਪਰਿਵਾਰ, ਉਸ ਪਰਿਵਾਰ ਦਾ ਹੱਦ ਦਰਜੇ ਦਾ ਡਰਾਕਲ ਜਿਹਾ ਇਨਸਾਨ ਬੰਤੂ। ਵਿਹਲੜ, ਨਿਕੰਮਾ, ਹਮੇਸ਼ਾ ਹੀ ਲੜਦਾ ਰਹਿੰਦਾ। ਆਖੇ ਮੇਰਾ ਬਣਦਾ ਹਿੱਸਾ ਦਿਓ ਤੇ ਫਿਰ ਮੇਰਾ ਵਿਆਹ ਕਰੋ। ਅਖੀਰ ਅੱਕ ਕੇ ਇੱਕ ਦਿਨ ਘਰਦਿਆਂ ਨੇ ਕੁੱਟ ਕੇ ਘਰੋਂ ਕੱਢ ਦਿੱਤਾ। ਪੰਜਾਬੀ ਦੇ ਟਰੱਕ ਤੇ ਚੜ੍ਹ ਅੰਮ੍ਰਿਤਸਰ ਆ ਗਿਆ। ਦਿਨੇ ਰਿਕਸ਼ਾ ਚਲਾਉਂਦਾ, ਰਾਤੀ ਸ੍ਰੀ ਗੁਰੂ ਰਾਮਦਾਸ ਜੀ ਦੇ ਲੰਗਰਾਂ 'ਚੋਂ 2 ਫੁਲਕੇ ਛੱਕ ਉੱਥੇ ਕਿਸੇ ਦੁਕਾਨ ਦੇ ਬਾਹਰ ਸੌਂ ਜਾਇਆ ਕਰਦਾ। ਇੱਕ ਦਿਨ ਤੁਰਿਆ ਫਿਰਦਾ ਮੰਜੀ ਸਾਹਿਬ ਚਲਾ ਗਿਆ। ਤੀਰ ਵਾਲਾ ਭਾਸ਼ਣ ਦੇ ਰਿਹਾ ਸੀ। ਸਮਝ ਤੇ ਕੁਝ ਨਾ ਲੱਗੀ, ਪਰ ਬੰਦੇ ਦੀ ਅਦਾ ਦਾ ਕਾਇਲ ਹੋ ਗਿਆ। ਰੋਹ ਵਿੱਚ ਆਈ ਸੰਗਤ ਜੈਕਾਰਾ ਛੱਡਦੀ ਤਾਂ ਇਹਦੇ ਲੂੰ ਕੰਡੇ ਖੜੇ ਹੋ ਜਾਂਦੇ। ਫਿਰ ਆਪ ਮੁਹਾਰੇ ਮੂੰਹ ਸਤਿ ਸ੍ਰੀ ਅਕਾਲ ਨਿਕਲ ਜਾਂਦਾ। ਰਿਕਸ਼ਾ ਚਲਾਉਣਾ ਛੱਡ ਦਿੱਤਾ। ਫਿਰ ਰੋਜ਼ ਭਾਸ਼ਣ ਸੁਣਨ ਰੱਪੜ ਜਾਇਆ ਕਰੇ। ਮਗਰੋਂ ਅੰਮ੍ਰਿਤ ਛਕ ਗੁਰੂ ਵਾਲਾ ਬਣ ਗਿਆ, ਪਰ ਕਰਮਾਂ 'ਚ ਬੈਠਾ ਰਿਹਾ ਕਰਦਾ। ਪਹਿਲਾਂ ਅੱਗਿਓਂ ਤੁਰੇ ਆਉਂਦੇ ਦੇ ਦਰਸ਼ਨ ਕਰਦਾ, ਫਿਰ ਨਾਲ ਹੀ ਹੋ ਤੁਰਦਾ। ਦਿਨ ਲੰਘਦੇ ਗਏ। ਜਦੋਂ ਫਿਰ ਇੱਕ ਦਿਨ ਪੱਕਾ ਹੋ ਗਿਆ ਕਿ ਫੌਜ ਨੇ ਦਰਬਾਰ ਸਾਹਿਬ ਚੜ੍ਹ ਕੇ ਆਉਣਾ ਹੀ ਹੋਣਾ ਹੈ, ਤਾਂ ਨੀਤੀ ਘਾੜਿਆਂ ਆਖ ਦਿੱਤਾ, ਭਾਈ ਆਪੋ ਆਪਣੇ ਇਲਾਕਿਆਂ ਵੱਲ ਨੂੰ ਨਿਕਲ, ਆਪਣੀਆਂ ਡਿਊਟੀਆਂ ਸਾਂਭ ਲਓ। ਬੰਤਾ ਸਿੰਘ ਅੱਗਿਓਂ ਆਕੜ ਗਿਆ। ਅਖੇ ਇੱਥੇ ਜਥੇ ਨਾਲ ਰਹਿ ਕੇ ਸੇਵਾ ਕਰਨੀ ਹੈ। ਅਗਲਿਆਂ ਧੱਕੇ ਨਾਲ ਕਿਸੇ ਕੰਮ ਦੀ ਜ਼ਿੰਮੇਵਾਰੀ ਲਾ ਦਿੱਤੀ ਤੇ ਹਰਿਆਣੇ ਵੱਲ ਨੂੰ ਤੋਰ ਦਿੱਤਾ। ਜਾਂਦੇ ਹੋਏ ਨੇ ਬਾਹਰੋਂ ਸ਼ਸਤਰਾਂ ਵਾਲੀ ਦੁਕਾਨ ਵਿੱਚੋਂ ਇੱਕ ਤੀਰ ਮੁੱਲ ਲੈ ਲਿਆ ਤੇ ਸਾਈਕਲ ਤੇ ਪਿੰਡ ਨੂੰ ਹੋ ਤੁਰਿਆ। ਬਦਲਿਆ ਹੋਇਆ ਬੰਤਾ ਸਿੰਘ ਵੇਖ ਸਾਰੇ ਹੈਰਾਨ ਹੋ ਗਏ। ਫਿਰ ਘਰਦਿਆਂ ਨੂੰ ਵਾਸਤਾ ਪਾ ਆਪਣਾ ਹਿੱਸਾ ਵੇਚ ਬਾਰ-ਬਾਰ ਪਹਿਲੀ ਵਿੱਚ ਹੀ ਗੁਰੂ ਘਰ ਬਣਾ ਲਿਆ। ਇੰਨੇ ਨੂੰ ਖਬਰ ਆ ਪਹੁੰਚੀ, ਦਰਬਾਰ ਸਾਹਿਬ ਹਮਲਾ ਹੋ ਗਿਆ।
ਸਭ ਕੁਝ ਤਹਿਸ ਨਹਿਸ ਹੋ ਗਿਆ। ਪਰ ਅੰਦਰਲੇ ਸਿੰਘ ਬੜੀ ਬਹਾਦਰੀ ਨਾਲ ਲੜੇ। ਰੋਜ਼ 'ਚ ਆਇਆ, ਸਾਰੀ ਰਾਤ ਗੁਰੂ ਘਰ 'ਚ ਜੈਕਾਰੇ ਛੱਡਦਾ ਰਿਹਾ। ਕਿਸੇ ਖਬਰ ਕਰ ਦਿੱਤੀ ਕਿ ਇਹ ਵੀ ਉੱਥੋਂ ਹੀ ਆਇਆ ਹੈ। ਫੌਜ ਤੇ ਏਜੰਸੀਆਂ ਨੇ ਗੁਰਦੁਆਰੇ ਨੂੰ ਘੇਰਾ ਪਾ ਲਿਆ। ਆਖਣ ਲੱਗੇ, ਹੱਥ ਖੜੇ ਕਰਕੇ ਬਾਹਰ ਆ ਜਾ। ਅੱਗੋਂ ਜੈਕਾਰਾ ਛੱਡ ਆਖਣ ਲੱਗਾ, ਜੇ ਉਸ ਨੇ ਇੰਨੀ ਫੌਜ ਅੱਗੇ ਹੱਥ ਖੜੇ ਨਹੀਂ ਕੀਤੇ ਤਾਂ ਮੈਂ 50-100 ਅੱਗੇ ਕਿਉਂ ਗੋਡੇ ਟੇਕਾਂ। ਹੁਣ ਤੇ ਜਿੱਦਾਂ ਖਾਲਸਾ ਚਾਹੂ ਬਸ ਉਦਾਂ ਹੀ ਹੋਊ। ਅੰਮ੍ਰਿਤਸਰੋਂ ਲਿਆਂਦੇ ਇੱਕ ਨਿੱਕੇ ਹਥਿਆਰ ਨਾਲ ਕਿੰਨੀ ਸਾਰੀ ਫੌਜ ਨੂੰ 4-5 ਘੰਟੇ ਵਹਿਣੀ ਪਾਈ ਰੱਖਿਆ। ਅਖੀਰ ਜ਼ਖਮੀ ਹੋਇਆ, ਜਿਉਂਦਾ ਫੜ ਲਿਆ ਤਾਂ ਇਕੱਠੇ ਹੋਏ ਪਿੰਡ ਵਾਲੇ ਆਖਣ ਲੱਗੇ, ਓਏ ਬੰਤੂ, ਤੂੰ ਤਾਂ ਉੱਚੇ ਉੱਡਦੇ ਜਹਾਜ਼ ਦੀ ਆਵਾਜ਼ ਸੁਣ ਸਹਿਮ ਜਾਇਆ ਕਰਦਾ ਸੈਂ। ਆਹ ਕਹਾਣੀ ਕਿੱਦਾਂ ਵਾਪਰ ਗਈ? ਜੈਕਾਰੇ ਛੱਡੀ ਜਾਏ ਤੇ ਨਾਲੇ ਆਖੀ ਜਾਏ, ਉਹ ਬਸ ਗੁਰੂ ਰਾਮਦਾਸ ਦੇ ਸਰੋਵਰ ਦੇ ਪਾਣੀਆਂ ਦਾ ਹੀ ਅਸਰ ਹੈ। ਗਿੱਦੜ ਤੋਂ ਸ਼ੇਰ ਬਣਦਿਆਂ ਘੜੀ ਨਹੀਂ ਲੱਗਦੀ। ਮੁੜ ਇੰਝ ਹੀ ਜੈਕਾਰੇ ਛੱਡਦਾ ਸ਼ਹੀਦੀ ਪਾ ਗਿਆ। ਦੋਸਤੋ, ਇੱਕ ਨੇ ਨਹੀਂ, ਕਈਆਂ ਨੇ ਆਖਿਆ ਕਿ ਪਤਾ ਨਹੀਂ ਕੀ ਜਾਦੂ ਏ। ਦਰਬਾਰ ਸਾਹਿਬ ਦੇ ਪਾਣੀਆਂ ਵਿੱਚ ਨਾ ਤੇ ਮੌਤ ਦਾ ਕੋਈ ਖੌਫ ਹੀ ਰਹਿੰਦਾ ਤੇ ਨਾ ਹੀ ਚੜ੍ਹਾਈ ਕਰਨ ਲੱਗਿਆਂ ਕੋਈ ਅਫਸੋਸ ਜਾਂ ਨਿੱਕੀ ਮੋਟੀ ਪੀੜ ਹੀ ਹੁੰਦੀ ਹੈ। ਫੋਟੋ ਵਿਚਲਾ ਸਿੰਘ ਭਾਵੇਂ ਕੋਈ ਹੋਰ ਏ, ਪਰ ਪੱਕਾ ਯਕੀਨ ਏ ਕਿ ਅਤੀਤ ਦੀਆਂ ਪਰਤਾਂ ਵਿੱਚ ਕਿਧਰੇ ਗਵਾਚ ਗਏ ਬੰਤਾ ਸਿੰਘ ਦਾ ਵਜੂਦ ਪੱਕਾ ਇਸ ਸਿੰਘ ਵਰਗਾ ਹੀ ਹੁੰਦਾ ਹੋਏਗਾ। ਧੰਨਵਾਦ।